सर एक बार ग्राफिकल समझा दो। हाँ जी, वो ग्राफ च समझा दो एक बार ये चीज। केड़ा ग्राफ? वो बुक ते ग्राफ बना के दस्या होया सी, मैंने समझ नहीं आया। मोशन इन वन डायमेंशन वाला ग्राफ बना के दस्या है? साइड ते बने हुए है, ग्राफ नहीं है वो एक्स वाई जेड वाले। लाइंस हैं हाँ सर, एक्स वाई ते जेड वाली लाइंस बनी हुई है सर, वो एक बार समझा दो। ओके, वो तो तुम चलो दस देना। ਆਪਾਂ ਸਿਰਫ ਇਹ ਦੱਸਿਆ ਵਾ ਕਿ ਜਦੋਂ ਤੁਸੀਂ ਆਬਜੈਕਟ ਆਪਣਾ ਟੌਪਿਕ ਇਹ ਸੀਗਾ ਮੋਸ਼ਨ ਇਨ 1D 2D ਐਂਡ 3D। ਉਹ ਕਹਿੰਦਾ ਵੀ ਕਿਸੇ ਵੀ ਪਾਰਟੀਕਲ ਦੀ ਤੁਸੀਂ ਪੋਜੀਸ਼ਨ ਹੈ ਨਾ ਜਾਂ ਉਹਦੀ ਮੋਸ਼ਨ ਨੂੰ ਜਦੋਂ ਸਪੈਸੀਫਾਈ ਕਰਨਾ ਤੇ ਮੈਨੂੰ ਕਿੰਨੇ ਨੰਬਰ ਆਫ ਮਿਨੀਮਮ ਇੰਡੀਪੈਂਡੈਂਟ ਕੋਆਰਡੀਨੇਟ ਰਿਕੁਆਇਰਡ ਨੇ ਉਹਦੀ ਮੋਸ਼ਨ ਨੂੰ ਸਪੈਸੀਫਾਈ ਕਰਨ, है ना। ਆਪਾਂ ਉਹਦੀ ਐਗਜ਼ਾਮਪਲ ਇਦਾਂ ਲਿੱਤੀ ਸੀਗੀ ਕਿ ਜੇ ਮੰਨ ਲਓ ਆਪਾਂ ਇਦਾਂ ਬਣਾ ਦਿੰਦੇ ਕਿ ਜੇ ਮੰਨ ਲਓ ਆ ਮੇਰੇ ਕੋਲ ਐਸ ਲਿੰਕ x y z ਆਪਾਂ ਤਿੰਨ ਐਕਸਿਸ ਸ਼ੋ ਕਰਦੇ ਹਾਂ, ਠੀਕ ਹੈ। ਮੈਂ ਇਹ ਕਹਾਂ ਕਿ ਕੋਈ ਪਾਰਟੀਕਲ origin ਤੋਂ 12 ਮੀਟਰ ਦੂਰ ਹੈਗਾ x ਐਕਸਿਸ ਦੇ ਅਲੋਂਗ। ਇਹਦਾ ਮਤਲਬ ਹੋ ਗਿਆ origin ਤੋਂ ਮੈਂ ਇੱਥੇ ਕਿਤੇ ਪੁਆਇੰਟ ਮਾਰਕ ਕਰ ਦਾਂਗਾ 12 ਮੀਟਰ। ਇਹਦਾ ਜੇ ਇਸ ਥਾਂ ਤੇ ਮੇਰਾ ਪਾਰਟੀਕਲ ਲਾਈ ਕਰਦਾ ਪਿਆ, ਇਸ ਪੁਆਇੰਟ ਤੇ ਪਾਰਟੀਕਲ ਲਾਈ ਕਰਦਾ, ਕਿਆ ਇਹਦੀ ਪੋਜੀਸ਼ਨ ਸਪੈਸੀਫਾਈ ਕਰਨ ਲਈ ਮੈਨੂੰ y ਔਰ z ਕੋਆਰਡੀਨੇਟ ਦੀ ਰਿਕੁਆਇਰਮੈਂਟ ਹੋਏਗੀ? नो सर। ਪੁਆਇੰਟ ਤੇ y ਐਕਸਿਸ ਤੇ ਹੋਵੇ ਜਾਂ ਇਹਦੇ ਪੁਆਇੰਟ z ਤੇ ਹੋਵੇ ਤੇ ਇਹਦਾ ਮਤਲਬ ਓਨਲੀ ਵਨ ਕੋਆਰਡੀਨੇਟ ਇਜ਼ ਸਫੀਸ਼ੀਐਂਟ ਟੂ ਸਪੈਸੀਫਾਈ ਦਾ ਪੋਜੀਸ਼ਨ। ਹੁਣ ਜੇ ਮੈਂ ਇਹ ਕਹਾਂ ਆ ਮੈਂ ਤੀਜਾ ਐਕਸਿਸ ਹਜੇ ਟਾਈਮਲੀ ਹਟਾਉਣ ਲੱਗੀ, ਜੇ ਮੈਂ ਆ ਕਹਾਂ ਕਿ ਵੀ ਇੱਕ ਪੁਆਇੰਟ ਵਾਲਾ ਇੱਥੇ ਲਾਈ ਕਰਦਾ ਹੈ ਤੇ origin ਤੋਂ ਮੈਂ ਇਹਦੀ ਪੋਜੀਸ਼ਨ ਸਪੈਸੀਫਾਈ ਕਰਨੀ ਹੈ ਤੇ ਮੈਨੂੰ ਇਸ ਪੋਜੀਸ਼ਨ ਤੱਕ ਪਹੁੰਚਣ ਲਈ ਇਦਾਂ ਦੱਸਣਾ ਪਊਗਾ ਪਹਿਲਾਂ x ਐਕਸਿਸ ਵੱਲ ਚੱਲ ਜਾਓ 12 ਮੀਟਰ ਜਿੰਨੀ ਵੀ ਵੈਲਿਊ ਹੈ ना, फिर उसके बाद y एक्सिस वाल मूव कर दो कहता जी 4 मीटर, यानी ਇਹਦੇ ਕੋਆਰਡੀਨੇਟ ਕੁਝ ਇਦਾਂ ਲਿਖ ਦਵਾਂ 12 4 ਤੇ ਇਹਦਾ ਮਤਲਬ ਆ ਇਸ ਪਾਰਟੀਕਲ ਦੀ ਲੋਕੇਸ਼ਨ ਵਾਸਤੇ ਮੈਨੂੰ ਦੋ ਇੰਡੀਪੈਂਡੈਂਟ ਮਿਨੀਮਮ ਕੋਆਰਡੀਨੇਟ ਚਾਹੀਦੇ। ਇਹ ਮੈਂ ਕਹੂੰਗਾ ਇਹਦੀ ਮੋਸ਼ਨ 2 ਡਾਈਮੈਂਸ਼ਨਲ ਹੈ, ਠੀਕ ਹੈ। ਇਹ x y ਮੇਰੇ ਕੋਲ ਹੋ ਸਕਦੇ, ਇਹ x z ਹੋ ਸਕਦੇ, ਇਹ y z ਪਲੇਨ ਵੀ ਹੋ ਸਕਦਾ। ਅਸੀਂ ਡਿਫਾਈਨ ਕਰ ਦਿੰਦੇ ਜੇ ਮੇਰੇ ਕੋਲ ਪਾਰਟੀਕਲ ਦੀ ਮੋਸ਼ਨ ਸਪੈਸੀਫਾਈ ਕਰਨ ਲਈ ਸਿੰਗਲ ਕੋਆਰਡੀਨੇਟ ਚਾਹੀਦਾ ਹੋਵੇ, ਅਸੀਂ ਕਹਿੰਦੇ ਮੋਸ਼ਨ ਇਨ ਅ ਸਟ੍ਰੇਟ ਲਾਈਨ। ਤੇ ਜੇ ਕਿਸੇ ਮੂਵਮੈਂਟ ਤੇ ਪਾਰਟੀਕਲ ਦੀ ਲੋਕੇਸ਼ਨ ਦੱਸਣ ਲਈ ਮੈਨੂੰ ਦੋ ਕੋਆਰਡੀਨੇਟ ਚਾਹੀਦੇ, ਅਸੀਂ ਵਰਡ ਯੂਜ਼ ਕਰਦੇ ਮੋਸ਼ਨ ਇਨ ਅ ਪਲੇਨ। ਉਹ x y ਪਲੇਨ ਹੋ ਸਕਦਾ, ਆ ਮੈਂ ਆਪਣੇ ਹੱਥ ਨਾਲ ਬਣਾਵਾਂ, ਇਹ x y ਪਲੇਨ ਹੋ ਸਕਦਾ। ਆ ਮੰਨ ਲਓ ਆ ਦੋ ਫਿੰਗਰ ਦੇ ਵਿੱਚ ਇੱਕ ਇੱਥੇ ਪਲੇਨ ਬਣ ਜਾਵੇ, ठीक है, एक ਇੱਥੇ ਪਲੇਨ ਬਣ ਜਾਵੇ, ਠੀਕ ਹੈ, ਇੱਕ ਇਹਨਾਂ ਦੋ ਚ ਪਲੇਨ ਬਣ ਜਾਵੇ। ਮੈਂ ਕਹੂੰਗਾ ਜੀ x ਐਕਸਿਸ y ਐਕਸਿਸ z ਐਕਸਿਸ, ਇਹ ਇੱਥੇ ਚੌਕ ਰੱਖਿਆ ਤੇ ਮੈਂ ਕਹਿੰਦਾ ਜੀ x y ਪਲੇਨ ਚ, ਇੱਥੇ ਕਰ ਲਵਾਂ ਮੈਂ ਕਹਿ ਦੂੰਗਾ x z ਪਲੇਨ ਚ, ਇੱਥੇ ਕਰ ਲਵਾਂ ਮੈਂ ਕਹੂੰਗਾ y z ਪਲੇਨ ਚ। ਇਹਦਾ ਮਤਲਬ ਕਿਸੇ ਪਾਰਟੀਕਲ ਦੀ ਪੋਜੀਸ਼ਨ ਆ ਦੇਖੋ ਬੱਚੇ, ਆ ਚੌਕ ਬਾਕਸ ਆ ਮੇਰਾ x y ਪਲੇਨ ਹੋ ਗਿਆ, ਇੱਥੇ ਡਾਟ ਲਾ ਲਿਆ, ਇਹਦੀ ਪੋਜੀਸ਼ਨ ਦੱਸਣ ਲਈ ਦੋ ਕੋਆਰਡੀਨੇਟ ਚਾਹੀਦੇ ਸੋ origin ਤੋਂ। ਜੇ ਮੈਂ ਆ ਲੈ ਲਵਾਂ, ਇਹ ਮੰਨ ਲਓ ਮੇਰਾ x z ਪਲੇਨ ਹੋ ਗਿਆ, ਠੀਕ ਹੈ ਜੀ। ਆ ਲੈ ਲਵਾਂ, ਇਹ ਮੰਨ ਲਓ ਮੇਰਾ y z ਪਲੇਨ ਹੋ ਗਿਆ। ਇਹਦਾ ਮਤਲਬ ਇਹ ਹੋ ਗਿਆ ਕਿ ਕਿਸੇ ਇੱਕ ਪਲੇਨ 'ਚ ਜਦੋਂ ਪਾਰਟੀਕਲ ਦੀ ਪੋਜੀਸ਼ਨ ਆ ਤੇ ਮਿਨੀਮਮ ਦੋ ਕੋਆਰਡੀਨੇਟ ਚਾਹੀਦੇ। ਤੇ ਜੇ ਮੈਂ ਇਦਾਂ ਕਰਾਂ ਕਿ ਵੀ ਆ ਕਹਾਂ ਕਿ ਪਾਰਟੀਕਲ ਇੱਥੇ ਆ, ਮੈਂ ਹਵਾ 'ਚ ਰੱਖਿਆ ਪੈਨ, ਤੇ ਮੈਨੂੰ ਦੱਸਣਾ ਪਏਗਾ ਪਹਿਲਾਂ x ਵੱਲ ਇੰਨਾ ਜਾਈਓ, ਫਿਰ y ਵੱਲ ਇੰਨਾ ਆਈਓ, ਫਿਰ z ਵੱਲ ਇੰਨਾ ਆਈਓ, ਫਿਰ ਮੈਨੂੰ ਇਹ ਪਾਰਟੀਕਲ ਲੱਭੇਗਾ। ਇਹਦਾ ਮਤਲਬ ਜੇ ਪਾਰਟੀਕਲ ਦੀ ਲੋਕੇਸ਼ਨ ਸਪੈਸੀਫਾਈ ਕਰਨ ਲਈ ਮੈਨੂੰ ਤਿੰਨ ਕੋਆਰਡੀਨੇਟ ਰਿਕੁਆਇਰਡ ਆ ਤੇ ਅਸੀਂ ਵਰਡ ਯੂਜ਼ ਕਰਦੇ ਮੋਸ਼ਨ ਇਨ ਸਪੇਸ ਜਾਂ ਪੋਜੀਸ਼ਨ ਇਨ ਸਪੇਸ। ਇਹਦਾ ਮਤਲਬ ਕਿ ਸਟ੍ਰੇਟ ਲਾਈਨ ਮੋਸ਼ਨ ਆ ਤੇ 1D ਹੋਏਗੀ, ਠੀਕ ਹੈ, ਪਲੇਨ ਚ ਮੋਸ਼ਨ ਆ ਤੇ 2D ਹੋਏਗੀ, ਤੇ ਸਪੇਸ ਚ ਮੋਸ਼ਨ ਆ ਤੇ ਮੇਰੀ 3D ਹੋਏਗੀ। क्या इतनी गल क्लियर आ? Yes sir. यस सर। Yes sir. जी सर। हम कंटिन्यू करना उस चीज ਨੂੰ। ਲਾਸਟ ਵਰਡ ਆਪਾਂ ਜਿਹੜੇ ਲੈ ਕੇ ਚੱਲੇ ਸੀ ਬੇਟਾ, ਉਹ ਸੀਗਾ ਆਪਣੇ ਕੋਲ ਐਸ ਸੱਚ ਯੂਨੀਫਾਰਮ ਸਪੀਡ, ਉਹਦੇ ਵਿੱਚ ਫਿਰ ਨਾਨ ਯੂਨੀਫਾਰਮ ਸਪੀਡ। ਨਾਨ ਯੂਨੀਫਾਰਮ ਸਪੀਡ ਦੇ ਅੰਦਰ ਆਪਾਂ ਦੋ ਕੇਸਿਸ ਕੀਤੇ ਸੀ, ਇੱਕ ਐਵਰੇਜ ਸਪੀਡ ਤੇ ਇੱਕ ਮੇਰੇ ਕੋਲ ਸੀਗੀ ਇਨਸਟੈਂਟੇਨੀਅਸ ਸਪੀਡ। ਐਵਰੇਜ ਦੀ ਗੱਲ ਖਤਮ ਹੋਈ ਸੀ, ਇਨਸਟੈਂਟੇਨੀਅਸ ਸ਼ੁਰੂ ਕਰਨ ਲੱਗਿਆ ਦੂਜਾ ਵਰਡ। ਮੈਂ ਇਹਨਾਂ ਕਿਹਾ ਸੀ ਪੁੱਤ ਬੇਸ਼ੱਕ ਐਸ ਸੱਚ ਸਪੀਡ ਵਰਡ ਲਵਾਂ ਜਾਂ ਵੈਲੋਸਿਟੀ ਲਵਾਂ,
दोनों चीज़ां जदों तक ऑब्जेक्ट स्ट्रेट लाइन मोशन ते चलेगा, जदों तक ऑब्जेक्ट स्ट्रेट लाइन मोशन ते चलेगा और उसकी कोई डायरेक्शन चेंज का कंसैप्ट नहीं होएगा, उदों तक मेरे को स्पीड कह दो या वेलोसिटी कह दो, बोथ आर कहना जी सेम वन। इसका मतलब जे मैं यूनिफॉर्म वेलोसिटी डिफाइन करना ते यूनिफॉर्म स्पीड डिफाइन करना, स्ट्रेट लाइन मोशन वेले दोनों चीज़ां सेम ने। ठीक है, इन्नी गल समझ लगी? यस सर। Yes, हाँ sir. जी सर। हुण जिहड़ी टर्म करन लगे इंस्टैंटेनियस स्पीड कह दो या इंस्टैंटेनियस वेलोसिटी, इहनूं आपां किदां डिफाइन करदे? ये टर्म समझण वाली है तुहाडे। Instantaneous speed or instantaneous velocity is defined as the speed or velocity of a body at a particular instant of time। बच्चे मैं इतना डिफाइन किया सीगा कि जे मान लो किसी ऑब्जेक्ट की मोशन डिफाइन करनी है, ठीक है, 10 सैकेंड की बॉडी मूव की है ते 10 सैकेंड का जिहड़ा टाइम इंटरवल है ना, ਉਹਦੇ ਵਿੱਚ बॉडी की स्पीड जो डिफाइंड होएगी वो एवरेज स्पीड आ। पर जे वही स्पीड 10 सैकेंड ਲਈ डिफाइन ना करके मैं सिर्फ 10वें सैकेंड ਲਈ डिफाइन करनी होगी, मतलब एक पर्टिकुलर सैकेंड वास्ते वो स्पीड डिफाइन करनी है, या कह दो एक होर भी छोटे टाइम इंटरवल ਲਈ डिफाइन करनी है, ते उदों असी वर्ड इंस्टैंटेनियस स्पीड यूज करांगे। इंस्टैंटेनियस वर्ड का अपने आप च मतलब है एट ए गिवन इंस्टेंट, किसी एक मौके ते तुहाडी कितनी स्पीड है ना, ते वो जिहड़ा मौका होएगा, वो जिहड़ा इंस्टेंट होएगा, वो एक शॉर्ट टाइम गैप होएगा, वो एक लार्ज इंटरवल नहीं होएगा। मैथमैटिकली जदों भी इंस्टैंटेनियस स्पीड नूं डिफाइन करांगे ते वी ऑलवेज यूज द वर्ड, ये लाइन इंपॉर्टेंट है जो बोलने लगी, इफ वी ऑलवेज यूज द वर्ड it is the limiting value of average speed, it is the limiting value of average speed। कहना जी मैथमेटिकली कितना लिखिए इस लाइन तो ਅਸੀਂ ਇਦਾਂ ਕਹਿੰਦੇ, we know that जब मैं एवरेज स्पीड डिफाइन करिए, एवरेज स्पीड ਨੂੰ a भी लिख के डिफाइन कर रहे हैं, एवरेज स्पीड होगी टोटल डिस्टेंस ओवर टोटल टाइम। टोटल डिस्टेंस को ਅਸੀਂ ਜਦੋਂ डिफाइन करते हैं ਆਪਾਂ ਇਦਾਂ ਲੈ ਲੈਂਦੇ हैं, मान लो मेरे को एक ऑब्जेक्ट स्ट्रेट लाइन पे मूव करना वा, आ पोजीशन ਆਪਾਂ कह देंगे t इक्वल टू 0 सेकंड आ, ਇੱਥੇ ਤੱਕ ਦਾ ਟਾਈਮ t1 सेकंड आ, ਇੱਥੇ ਤੱਕ ਦਾ ਟਾਈਮ ਮੇਰੇ ਕੋਲ t2 ਆ, मतलब ਇੱਥੋਂ ਤੱਕ ਟਾਈਮ t1 सेकंड ਬਣਿਆ, ਇੱਥੋਂ ਲੈ ਕੇ ਇੱਥੇ ਤੱਕ ਦਾ ਟਾਈਮ t2 सेकंड हो गया, ਤੇ ਆ ਮੇਰਾ ਟਾਈਮ ਦਾ ਇੰਟਰਵਲ ਜਿਹੜਾ ਵਾ ये t2 minus t1 सेकंड आ। क्या इतनी गल समझ लगी? यस सर। Yes, sir. यस सर। मेरी पोजीशन जेडी इनु x1 कह देंगे, इथे तक मेरी पोजीशन की चेंज ओरिजिन तो x2 कह दियो, ते एदा मतलब आ मेरी जेडी a तो लेके b तक चेंज इन पोजीशन आ, ये मेरी x2 minus x1 आ जाऊगी। यस Yes. सर। यस सर। इतना देखा कि टोटल ਆਪਾਂ ਆ ਇਸ ਇੰਟਰਵਲ ਦੀ ਗੱਲ ਕਰਨ ਲੱਗੇ ਕਿ ਵੀ ਟੋਟਲ ਡਿਸਟੈਂਸ, ਅਸੀਂ ਕਿਹਾ ਟੋਟਲ ਡਿਸਟੈਂਸ ਹੁੰਦਾ ਚੇਂਜ ਇਨ ਪੋਜੀਸ਼ਨ, ਮੈਂ ਕਿੰਨਾ ਡਿਸਟੈਂਸ ਕਵਰ ਕੀਤਾ ਉਹ ਇੱਥੋਂ ਪਤਾ ਲੱਗੇਗਾ ਮੈਂ ਖੜਾ ਕਿੱਥੇ ਸੀ, ਮੈਂ ਨਵੀਂ ਪੋਜੀਸ਼ਨ ਤੇ ਕਿੱਥੇ ਪਹੁੰਚ ਗਿਆ, ਉਹ ਗੈਪ ਕਿੰਨਾ, ਉਹਨੂੰ ਅਸੀਂ ਡਿਫਾਈਨ ਕਰ ਦਿੰਦੇ ਕਿ that come out to be x2 minus x1 और टाइम इंटरवल आ गया t2 minus t1। क्या आ गल क्लियर है? हाँ जी सर। यस सर। ਹੁਣ ਜੇ ਤੁਸੀਂ ਇਹੀ ਸੇਮ ਚੇਂਜ ਵੇਲੇ ਮੈਂ ਇਹ ਵਰਡ ਬੋਲ ਦਵਾਂ ਕਿ ਦਿਸ ਟਾਈਮ ਇੰਟਰਵਲ ਇਜ਼ ਵੈਰੀ ਸ਼ਾਰਟ, ਇਹ t2 t1 ਦਾ ਇੰਟਰਵਲ ਜਿਹੜਾ ਆਪਣਾ ਜਿੱਦਾਂ ਫਿੰਗਰ ਕਲੋਜ਼ ਕਰਦਾ ਜਾ ਰਿਹਾ, ਇਹ ਟਾਈਮ ਇੰਟਰਵਲ ਬਹੁਤ ਸ਼ਾਰਟ ਆ, ਤੇ ਜਦੋਂ ਬਹੁਤ ਛੋਟੇ ਟਾਈਮ ਇੰਟਰਵਲ ਦੇ ਅੰਦਰ ਤੁਸੀਂ ਚੇਂਜ ਇਨ ਪੋਜੀਸ਼ਨ ਨੋਟ ਕਰੋਗੇ ਨਾ, ਤੇ देयर ਵੀ ਯੂਜ਼ ਦਾ ਵਰਡ ਇੰਸਟੈਂਟੇਨੀਅਸ। ਇਸ ਵੇਲੇ ਮੈਥਮੈਟਿਕਲੀ ਲਿਖਣ ਦਾ ਮੈਥਡ ਇਹ ਹੋਏਗਾ x2 minus x1 में डेल्टा x लिख देना, डेल्टा x मेरी चेंज इन पोजीशन शो करेगी और डेल्टा t मेरा टाइम इंटरवल शो करेगा, ठीक है। ते जे लार्ज चेंज आ ਅਸੀਂ ਲਾਰਜ ਚੇਂਜ ਨੂੰ ਡੈਲਟਾ ਨਾਲ ਲਿਖਦੇ, ਤੇ ਜੇ ਲਾਰਜ ਚੇਂਜ ਦੀ ਥਾਂ ਤੇ ਸਮਾਲ ਚੇਂਜ ਆ, ਟੌਪਿਕ 'ਚ ਕੁਝ ਨਹੀਂ ਹੈਗਾ, ਸਿਰਫ ਇਹ ਟਰਮ ਸਿੰਬਲ ਇੱਕ ਵਾਰੀ ਸਮਝ ਲਓ ਬੇਟਾ, ठीक है। लार्ज चेंज ਨੂੰ ਜਦੋਂ ਰਿਡਿਊਸ ਕਰਕੇ ਸ਼ਾਰਟ ਚੇਂਜ ਚ ਕਨਵਰਟ ਕਰਨਾ,
ਤੇ ਅਸੀਂ ਸਿੰਬਲ ਕਿੱਦਾਂ ਬਦਲਦੇ ਆ ਤੇ ਅਸੀਂ ਇਹਨੂੰ ਲਿਖ ਦਿੰਦੇ ਹਾਂ ਕਹਿੰਦਾ ਜੀ therefore instantaneous speed instantaneous ਨੂੰ v ਦੇ ਪੈਰੇਂਥੇਸਿਸ i ਦਾ ਸਿੰਬਲ ਦੇਣਾ ਇਹਨੂੰ ਅਸੀਂ ਇਦਾਂ ਕਹਿੰਦੇ vi equal to ਆ ਚੀਜ਼ ਸਮਝਣ ਵਾਲੀ ਹੈ ਜੋ ਲਿਖਦਾ ਪਿਆ vi equal to limit delta t tends to 0 delta x by delta यानी इस डेल्टा x by डेल्टा t की वैल्यू कैलकुलेट करो पर एक बहुत छोटे टाइम इंटरवल दे अक्रॉस यानी डेल्टा t इक्वल टू 0 नहीं लिखा मतलब टाइम का इंटरवल एग्जैक्ट 0 नहीं हो सकता जे 0 हो गया तो पोजीशन च कोई चेंज नहीं आ रही ਅਸੀਂ ਕਹਿੰਦੇ ਅਸੀਂ ਪੋਜੀਸ਼ਨ ਦੀ ਚੇਂਜ ਨੋਟ ਕਰਨੀ ਆ ਪਰ ਬਹੁਤ ਛੋਟੇ ਟਾਈਮ ਇੰਟਰਵਲ ਚ ਕਰਨੀ ਆ ਤੇ ਜੇ ਬਹੁਤ ਸ਼ਾਰਟ ਇੰਟਰਵਲ ਚ ਕਰਨੀ ਤਾਂ ਅਸੀਂ ਉਹਨੇ ਲਿਖਤਾ ਡੈਲਟਾ ਟੀ ਅਪਰੋਚ ਟੂ 0 ਕੀ ਆ ਗੱਲ ਸਮਝ ਲੱਗੀ Yes, sir. ਠੀਕ ਹੈ ਤੇ ਜਦੋਂ ਇਹ ਸਾਰੀ ਚੀਜ਼ ਨੂੰ ਯਾਨੀ ਆ ਇੰਨੇ ਦੀ ਇੰਨੀ ਸਾਰੀ ਟਰਮ ਅਸੀਂ ਇੱਕ ਸ਼ਾਰਟ ਟਰਮ ਨਾਲ ਲਿਖਣਾ ਹੋਵੇ ਨਾ ਇੱਕ ਸਿੰਗਲ ਟਰਮ ਨਾਲ ਲਿਖਣਾ ਹੋਵੇ ਤੇ b ਰਾਈਟ ਇਟ ਇਜ਼ ਇਕੁਅਲ ਟੂ dx by dt ਇਹਦਾ ਮਤਲਬ d ਨਾਲ ਵੀ ਲਿਖਾਂ ਤਾਂ ਵੀ ਚੇਂਜ ਆ ਡੈਲਟਾ ਵੀ ਚੇਂਜ ਹੋਆ ਸਿੰਬੋਲਿਕਲੀ ਜੇ ਇਹਨਾਂ ਦੋਨਾਂ ਦਾ ਡਿਫਰੈਂਸ ਕੱਢੀਏ ਤੇ ਇਹ ਹੋਏਗਾ ਲਾਰਜ ਚੇਂਜ ਡੈਲਟਾ ਨਾਲ ਸ਼ੋ ਆਫ ਕਰਦੇ ਨੇ ਤੇ ਸ਼ਾਰਟ ਚੇਂਜ ਅਸੀਂ d ਨਾਲ ਸ਼ੋ ਆਫ ਕਰਦੇ ਨੇ ਗੱਲ ਸਮਝ ਲੱਗੀ Yes, sir. मेरे तो डेल्टा x अपॉन डेल्टा t तो नहीं पता लगता ਕੁਝ ਵੀ ਨਹੀਂ ਪੁੱਤ x2 x1 ਚੇਂਜ ਇਨ ਪੋਜੀਸ਼ਨ ਆ ਅਸੀਂ ਚੇਂਜ ਇਨ ਪੋਜੀਸ਼ਨ ਨੂੰ ਸ਼ਾਰਟਕਟ ਚ ਡੈਲਟਾ x ਲਿਖ ਦਿੱਤਾ t2 t1 ਮੇਰਾ ਚੇਂਜ ਇਨ ਟਾਈਮ ਆ ਅਸੀਂ ਟਾਈਮ ਇੰਟਰਵਲ ਦੇ ਗੈਪ ਨੂੰ ਅਸੀਂ ਡੈਲਟਾ t ਸਿੰਬਲ ਦੇ ਦਿੱਤਾ ਡੈਲਟਾ ਚੇਂਜ ਨੂੰ ਸ਼ੋ ਕਰਦਾ ਅਸੀਂ ਚੇਂਜ ਇਨ ਪੋਜੀਸ਼ਨ ਤੋਂ ਚੇਂਜ ਇਨ ਟਾਈਮ ਨੂੰ ਡੈਲਟਾ ਪਾ ਕੇ ਲਿਖ ਲਿਆ ਕਲੀਅਰ हाँ जी सर ਤੇ ਜੇ ਉਹੀ ਚੇਂਜ ਬਹੁਤ ਛੋਟੇ ਟਾਈਮ ਇੰਟਰਵਲ ਦੇ ਵਿੱਚ ਆਂਦੀ ਹੋਵੇ ਫਿਰ ਅਸੀਂ ਡੈਲਟਾ ਦੀ ਥਾਂ ਤੇ ਹੋਰ ਛੋਟਾ ਸਿੰਬਲ ਜਿਹੜਾ ਉਹ d ਨਾ ਪਾਉਂਦੇ ਆ ਇਹਦਾ ਮਤਲਬ ਹੋ ਗਿਆ ਕਿ x ਦੀ ਡਿਫਰੈਂਸ਼ੀਏਸ਼ਨ ਕਰ ਦਿਓ ਹੁਣ ਗੱਲ ਸਮਝੋ ਧਿਆਨ ਨਾਲ ਜੋ ਦੱਸਦਾ ਪਿਆ x ਦੀ ਡਿਫਰੈਂਸ਼ੀਏਸ਼ਨ ਕਰ ਦਿਓ ਵਿਦ ਰਿਸਪੈਕਟ ਟੂ ਟਾਈਮ ਹਨਾ ਫਿਰ ਮੇਰੀ ਇਨਸਟੈਂਟੇਨੀਅਸ ਵੈਲੋਸਿਟੀ ਮਿਲਣੀ ਉਹ ਸਮਝਿਓ ਧਿਆਨ ਨਾਲ ਚੇਤਨਿਆ ਇੱਕ ਵਾਰੀ ਅਟੈਂਡੈਂਸ ਲੈ ਹੁਣੀ चैतन्य चैतन्य है निकला ठीक है देख लिया मैं अर्शिया अटेंडेंस ले एक बारी हुनी स्क्रीनशॉट ले देखिए ਕਿਹੜੇ ਨਿਕਲੇ ਵਿੱਚ ਹਾਂਜੀ ਹੁਣ ਇਸੇ ਚੀਜ਼ ਨੂੰ ਐਸਐਚ ਐਕਸਪਲੇਨ ਕਰਨ ਲਈ ਐਵਰੇਜ ਤੇ ਇਨਸਟੈਂਟੇਨੀਅਸ ਦੇ ਡਿਫਰੈਂਸ ਨੂੰ ਐਕਸਪਲੇਨ ਕਰਨ ਲਈ ਇੱਕ ਨੂਮੈਰੀਕਲ ਬਣਾ ਰਿਹਾ ਬੇਟਾ ਕਹਿੰਦਾ ਜੀ ਪੋਜੀਸ਼ਨ ਆਫ ਅ ਪਾਰਟੀਕਲ position of a particle at any instant position of a particle at any instant is given by x equal to 5t square plus 4t plus 2 कोई इक्वेशन देती है उन्होंने कि किसी पार्टिकल की पोजीशन टाइम नाल चेंज होती जा रही है और जेडी इक्वेशन के अकॉर्डिंगली चेंज होती है वो आ इक्वेशन है ते उन्हें मैंने क्या कैलकुलेट नंबर 1 एवरेज स्पीड इथे एवरेज स्पीड हो गई है एवरेज वेलोसिटी दोनों सेम चीजें होंगी कैलकुलेट एवरेज स्पीड फॉर टाइम इंटरवल ऑफ 5 सेकंड एक पार्ट सेकंड पार्ट हमने क्या कैलकुलेट इंस्टेंटेनियस स्पीड at 5 सेकंड ਹੁਣ ਦੋਨਾਂ ਸਟੇਟਮੈਂਟਾਂ 'ਚ ਫਰਕ ਆ ਬੇਟਾ ਪਹਿਲੀ ਵਾਰੀ ਮੈਨੂੰ ਕਹਿ ਰਿਹਾ ਐਵਰੇਜ ਸਪੀਡ ਕੱਢੋ ਫॉर ਇੰਟਰਵਲ ਆਫ 5 ਸੈਕਿੰਡ ਦੂਜੀ ਵਾਰੀ ਮੈਨੂੰ ਕਹਿ ਰਿਹਾ ਇਨਸਟੈਂਟੇਨੀਅਸ ਸਪੀਡ ਕੱਢੋ ਐਟ 5 ਸੈਕਿੰਡ ਉੱਥੇ ਫਰਕ ਇਹ ਹੋਏਗਾ ਜਦੋਂ ਮੈਂ ਐਵਰੇਜ ਸਪੀਡ ਕੱਢਣੀ ਆ है ना ਤੇ ਮੈਂ ਇਹ ਨੋਟ ਕਰਾਂਗਾ 0 ਸੈਕਿੰਡ ਤੇ ਬਾਡੀ ਦੀ ਪੋਜੀਸ਼ਨ ਕੀ ਆ ਫਿਰ 5 ਸੈਕਿੰਡ ਤੇ ਜਾ ਕੇ ਬਾਡੀ ਦੀ ਪੋਜੀਸ਼ਨ ਕਿਹੜੀ ਆ ਗਈ 0 ਸੈਕਿੰਡ ਤੇ 5 ਸੈਕਿੰਡ ਦੀ ਪੋਜੀਸ਼ਨ 'ਚ ਜਿੰਨਾ ਗੈਪ ਹੋਏਗਾ ਯਾਨੀ ਦੋਨਾਂ ਨੂੰ ਮਾਈਨਸ ਕਰਕੇ ਜੋ ਵੈਲਿਊ ਆਏਗੀ ਉਹ ਮੇਰਾ ਡਿਸਟੈਂਸ ਕਵਰ ਹੋ ਜਾਏਗਾ ਉਹਨੂੰ ਟਾਈਮ ਨਾਲ ਡਿਵਾਈਡ ਕਰਾਂ ਉਹ ਮੇਰੀ ਐਵਰੇਜ ਸਪੀਡ ਆ ਕੀ ਆ ਗੱਲ ਸਮਝ ਲੱਗੀ Yes, sir. Yes, sir. यानी जे मैं इतो एवरेज स्पीड ਕੱਢਣੀ ਆ ਆਪਾਂ ਫਸਟ ਪਾਰਟ ਕੱਢਣਾ
ਤੇ ਫਸਟ ਪਾਰਟ ਕੈਲਕੂਲੇਟ ਕਰਨ ਲਈ ਕੀ ਕਰੋ, ਪੁੱਟ t equal to 0, ਪੁੱਟ t equal to 0 ਸੈਕਿੰਡ, ਇਸ ਇਕੁਏਸ਼ਨ ਚ t 0 ਭਰ ਦਿਓ ਤੇ x ਨॉट ਦੀ ਵੈਲਿਊ 2 ਮੀਟਰ ਆ ਗਈ। ਆ ਕਲੀਅਰ? Yes, Yes, sir. sir. Yes. ਦੂਜੀ ਵਾਲੀ ਕੀ ਕਰੋ, ਪੁੱਟ t equal to 5 ਸੈਕਿੰਡ ਤੇ x 5 ਦੀ ਵੈਲਿਊ ਬਣ ਗਈ 5 into 5 square plus 4 into 5 plus 2। ਆਪਾਂ ਇਹਨੂੰ ਸੋਲਵ ਕਰ ਲਈਏ ਤਾਂ ਆਪਣੇ ਕੋਲ ਆ ਗਿਆ 125 147, ਠੀਕ ਹੈ 227, plus 22 ਯਾਨੀ 147 ਮੀਟਰ। ਇਹਦਾ ਮਤਲਬ ਆ 0 ਸੈਕਿੰਡ ਤੇ ਮੈਂ origin ਤੋਂ 2 ਮੀਟਰ ਦੂਰ ਆ ਤੇ 5 ਸੈਕਿੰਡ ਬਾਅਦ ਮੈਂ origin ਤੋਂ 147 ਮੀਟਰ ਦੂਰ ਆ। ਮੇਰਾ ਡਿਸਟੈਂਸ ਕਿੰਨਾ ਕਵਰ ਹੋਇਆ? sir, minus 147 minus 2. 147। 145. therefore ਮੇਰੇ ਕੋਲ ਮੇਰਾ ਡਿਸਟੈਂਸ ਟਰੈਵਲ ਜਿਹੜਾ ਆ ਗਿਆ ਉਹ ਆ ਗਿਆ x5 minus x0 and that become to be 147 145 meter, minus 2 equal to 145 meter। ਕਿੰਨੇ ਟਾਈਮ ਚ ਕਵਰ ਹੋਇਆ ਬਈ? 5 seconds, 5 seconds. 5 seconds. 5 ਸੈਕਿੰਡ। ਤੇ therefore ਆਪਣੀ ਐਵਰੇਜ ਸਪੀਡ ਜਿਹੜੀ ਹੋਏਗੀ ਉਹ ਆ ਗਈ ਟੋਟਲ ਡਿਸਟੈਂਸ ਓਵਰ ਟੋਟਲ ਟਾਈਮ, x5 minus 0 over 5 minus 0 है ना। ਇਹਨੂੰ ਸੋਲਵ 29, over 5 5 2 ਦਾ ਤੇ 5 5 ਦਾ, ਇਹ ਮਤਲਬ ਆਪਣੀ ਐਵਰੇਜ ਸਪੀਡ ਕਿੰਨੀ ਬਣ ਗਈ? 29 आएगा सर, 29, आएगा 29 मीटर पर सेकेंड। 5 2 ਦਾ ਅੱਛਾ 5 9 ਹੈ 29 ਮੀਟਰ ਪਰ ਸੈਕਿੰਡ ਆ ਗਿਆ ਹੈ ਨਾ। ਹੁਣ ਜੇ ਮੈਂ ਇਨਸਟੈਂਟੇਨੀਅਸ ਕੱਢਣੀ ਆ ਉਹਦਾ ਕੀ ਮੈਥਡ ਆ? ਤੇ ਪੁੱਤ ਇਨਸਟੈਂਟੇਨੀਅਸ ਕੈਲਕੂਲੇਟ ਇਦਾਂ ਨਹੀਂ ਹੁੰਦੀ। ਇਨਸਟੈਂਟੇਨੀਅਸ ਆ ਕਿਸੇ ਮੌਕੇ ਤੇ ਸਪੀਡ ਕਿੰਨੀ ਆ, ਉਹਦੇ ਲਈ x ਦੀ ਇਕੁਏਸ਼ਨ ਦੀ ਡਿਫਰੈਂਸ਼ੀਏਸ਼ਨ ਕਰਾਂਗੇ। ਐਵਰੇਜ ਵੇਲੇ ਡਿਫਰੈਂਸ਼ੀਏਸ਼ਨ ਦੀ ਰਿਕੁਆਇਰਮੈਂਟ ਨਹੀਂ ਆਏਗੀ, ਪਰ ਜਦੋਂ ਇਨਸਟੈਂਟੇਨੀਅਸ ਆ ਤੇ x ਦੀ ਡਿਫਰੈਂਸ਼ੀਏਸ਼ਨ ਕਰਕੇ ਜੋ ਵੈਲਿਊ ਆ ਜਾਏਗੀ ਉਹ ਚ t ਦੀ ਜਗ੍ਹਾ ਤੇ 5 ਅਸੀਂ ਪੁੱਟ ਅਪ ਕਰਨਾ। ਇਹ ਮਤਲਬ ਜੇ ਮੈਂ ਇਨਸਟੈਂਟੇਨੀਅਸ ਕੱਢਣੀ ਆ ਤੇ ਇਹਦੇ ਸੈਕਿੰਡ ਪਾਰਟ ਆ ਗਿਆ, we know that instantaneous speed is given by vi equal to dx by dt। यानी अपनी x वाली इक्वेशन ਜਿਹੜੀ ਸੀਗੀ ਇਹਦੀ ਡਿਫਰੈਂਸ਼ੀਏਸ਼ਨ ਕਰਾਂਗੇ, ਠੀਕ ਆ। देयरफॉर ਆਪਣੇ ਕੋਲ ਆ ਗਿਆ vi equal to d by dt of, ਇਹਦੇ ਵੈਲਿਊ ਭਰ ਦਿਓ 5t square plus 4t plus 2। ਇਹਦੀ ਕਰਨੀ ਹੈ ਡਿਫਰੈਂਸ਼ੀਏਸ਼ਨ, ਕੀ ਆਏਗੀ ਡਿਫਰੈਂਸ਼ੀਏਸ਼ਨ ਬੋਲੋ? 54 5t square ਦੀ ਡਿਫਰੈਂਸ਼ੀਏਸ਼ਨ ਕੀ ਆਊਗੀ ਯਾਦ ਆ? 5 into 10 2t, 10. 5 into 2t plus 4 into 1 e power 0 और 2 constant differentiation 0। ਭਾਵੇਂ ਤੁਸੀਂ ਸਿੱਧਾ ਲਿਖ ਦਿਓ, ਲਿਖ ਸਕਦੇ ਸੀਗੇ। ਆਪਣੀ ਇਨਸਟੈਂਟੇਨੀਅਸ ਸਪੀਡ ਆ ਗਈ 10t plus 4। ਹੁਣ ਆ ਜਿਹੜੀ ਇਨਸਟੈਂਟੇਨੀਅਸ ਸਪੀਡ ਆਈ ਆ ਇਹ ਜਨਰਲ ਇਕੁਏਸ਼ਨ ਆ ਗਈ। ਮੈਨੂੰ ਨੇ ਪੁੱਛੀ ਹੈ ਇਨਸਟੈਂਟੇਨੀਅਸ ਸਪੀਡ ਐਟ t equal to 5 ਸੈਕਿੰਡ, यानी 5वें सेकंड पे मेरी स्पीड कितनी? 5 सेकंड वास्ते नहीं पूछी होने। इस मतलब इस इक्वेशन च t दी वैल्यू भर दियो, पुट t इक्वल टू 5 सेकंड तो देयरफॉर इंस्टेंटेनियस स्पीड आ गई 10 into 5 plus 4। यानी साडी इंस्टेंटेनियस स्पीड है गया 54 मीटर पर सेकंड। ਇਹਦਾ ਮਤਲਬ ਜਿਹੜਾ ਪੂਰਾ ਟਾਈਮ ਦਾ ਗੈਪ ਆ ਹਨਾ, ਜਿਹੜਾ ਸਾਡਾ ਪੂਰਾ ਟਾਈਮ ਦਾ ਗੈਪ ਸੀਗਾ 5 ਸੈਕਿੰਡ ਦਾ, ਉਹਦੇ ਵਿੱਚ 0 ਸੈਕਿੰਡ ਤੇ ਮੇਰੀ ਸਪੀਡ ਕੁਝ ਹੋਰ ਹੋਏਗੀ, 1 ਸੈਕਿੰਡ ਤੇ ਹੋਰ ਹੋਗੀ, 2 ਤੇ ਹੋਰ ਹੋਗੀ, ਪਰ ਐਵਰੇਜ ਸਪੀਡ ਮੇਰੀ 29 ਮੀਟਰ ਪਰ ਸੈਕਿੰਡ ਨਿਕਲੀ। ਪਰ ਜਿਹੜੀ ਮੇਰੀ ਇਨਸਟੈਂਟੇਨੀਅਸ ਸਪੀਡ ਆ ਯਾਨੀ 5ਵਾਂ ਸੈਕਿੰਡ ਜਦੋਂ ਸੀਗਾ, 5ਵਾਂ ਸੈਕਿੰਡ, ਠੀਕ ਹੈ ਨਾ, ਮੈਨੂੰ ਪਹਿਲੇ 4 ਸੈਕਿੰਡ ਉਹਨੇ ਕੁਝ ਨਹੀਂ ਪੁੱਛਿਆ, 5ਵੇਂ ਸੈਕਿੰਡ ਤੇ ਮੇਰੀ ਸਪੀਡ ਜਿਹੜੀ ਆ ਉਹ ਮੇਰੀ ਇਨਸਟੈਂਟੇਨੀਅਸ ਸਪੀਡ ਐਟ 5th ਸੈਕਿੰਡ ਆ ਤੇ ਉਹਦੀ ਵੈਲਿਊ ਮੇਰੀ 54 ਮੀਟਰ ਪਰ ਸੈਕਿੰਡ ਆ ਜਾਏਗੀ। ਕੀ ਇਹਨਾਂ ਕਲੀਅਰ? yes, Yes, sir. sir. yes Yes, sir sir. ਐਸ ਸੱਚ ਆਪਣੇ ਕੋਲ ਕੋਈ ਨੂਮੈਰੀਕਲ ਆ ਜੇ ਜਿਹਦੇ ਵਿੱਚ ਮੈਨੂੰ ਨੇ ਐਵਰੇਜ ਸਪੀਡ ਤੇ ਇਨਸਟੈਂਟੇਨੀਅਸ ਵੈਲਿਊ ਕੱਢਣ ਨੂੰ ਗਈ ਹੋਵੇ ਬੇਟਾ, ਤੇ ਪੁੱਤ ਇਹ ਧਿਆਨ ਰੱਖੋਗੇ ਐਵਰੇਜ ਕੱਢਣ ਲੱਗੇ ਡਿਫਰੈਂਸ਼ੀਏਸ਼ਨ ਦੀ ਲੋੜ ਨਹੀਂ ਪੈਂਦੀ,
ਐਵਰੇਜ ਵੇਲੇ ਤੁਸੀਂ ਆਪਣੀ ਜੋ ਇਕੁਏਸ਼ਨ ਦਿੱਤੀ ਆ ਤੇ ਜਿਹੜਾ ਟਾਈਮ ਗੈਪ ਉਹਨੇ ਕਿਹਾ ਵਾ ਹਨਾ ਉਹਦੇ ਵਿੱਚ ਪੋਜੀਸ਼ਨ ਦੀਆਂ ਦੋ ਡਿਫਰੈਂਟ ਵੈਲਿਊ ਕੱਢੋ ਤੇ ਫਿਰ ਉਹਦੇ ਬੇਸ ਦੇ ਉੱਤੇ ਤੁਸੀਂ ਆਪਣਾ ਡਿਸਟੈਂਸ ਟਰੈਵਲ ਕੱਢੋਗੇ ਤੇ ਉਹਨੂੰ ਟਾਈਮ ਨਾਲ ਡਿਵਾਈਡ ਕਰ ਲਓ ਪਰ ਜੇ ਇਨਸਟੈਂਟੇਨੀਅਸ ਸਪੀਡ ਹੋਏਗੀ ਤੇ ਤੁਹਾਡੀ ਗਿਵਨ ਇਕੁਏਸ਼ਨ ਦੀ ਡਿਫਰੈਂਸ਼ੀਏਸ਼ਨ ਕਰਕੇ ਫਿਰ ਤੁਹਾਡੀ ਇਨਸਟੈਂਟੇਨੀਅਸ ਸਪੀਡ ਆਣੀ ਕਿ ਇੰਨੀ ਗੱਲ ਕਲੀਅਰ ਆ Yes, sir. Yes, sir. Yes, sir. ਇਸ ਪੋਰਸ਼ਨ ਚ ਕਿਸੇ ਨੂੰ ਕੋਈ ਡਾਊਟ ਆ ਤਾਂ ਇੱਕ ਵਾਰੀ ਜ਼ਰੂਰ ਬੋਲੋ ਜੇ ਨਾ ਕਲੀਅਰ ਤਾਂ ਮੈਂ ਕੰਟੀਨਿਊ ਕਰਾਂ ਹਾਂਜੀ Clear, sir. Clear है sir. Clear, sir. ਚਲੋ ਇਹਦੇ ਨਾਲ ਹੀ ਇਹਦੇ ਵਿੱਚ ਇੱਕ ਫਾਰਮੂਲਾ ਲੈ ਕੇ ਜਿਹੜਾ ਆਪਾਂ ਵੈਲੋਸਿਟੀ ਦਾ ਜਨਰਲ ਫਾਰਮੂਲਾ ਲਿਖਿਆ ਉਹਦੇ ਨਾਲ ਐਸਐਚ ਇੱਕ ਫਾਰਮੂਲਾ ਦੇ ਦੇ ਅਗਲੇ ਟਾਪਿਕ ਲਈ ਚਾਹੀਦਾ ਆਪਾਂ ਨੂੰ ਹਾਂਜੀ ਇੱਕ ਕੰਮ ਪੁੱਤ ਸਾਰੇ ਜਾਣੇ ਜ਼ਰੂਰ ਕਰਿਓ ਬੱਚੇ ਇਸ ਚੈਪਟਰ ਦੀ ਥਿਊਰੀ ਜਿਹੜੀ ਨਾ ਉਹਨੂੰ ਨਾਲੋਂ ਨਾਲ ਇੱਕ ਵਾਰੀ ਰੀਡਿੰਗ ਜ਼ਰੂਰ ਦੇ ਲਿਓ ਜਿੱਦਾਂ ਜਿੱਦਾਂ ਆਪਾਂ ਚੈਪਟਰ ਖਤਮ ਕਰ ਰਹੇ ਇਹਨੂੰ ਨਾਲੋਂ ਨਾਲ ਪੜ੍ਹ ਲੈਣਾ ਸਿਰਫ ਰੀਡਿੰਗ ਵਾਲੇ ਟੌਪਿਕ ਆ ਬੇਟਾ ਠੀਕ ਹੈ ਪੜ੍ਹ ਜ਼ਰੂਰ ਲਈਓ ਛੱਡਿਓ ਨਹੀਂ ਚਲੋ ਨੈਕਸਟ ਇਹਦੇ ਵਿੱਚ ਹੈਗੇ ਤੁਹਾਡੇ ਕੋਲ ਐਸਐਚ ਕਹਿੰਦਾ ਜੀ ਫਾਰਮੂਲਾ ਫॉर ਯੂਨੀਫਾਰਮ ਮੋਸ਼ਨ ਆਪਾਂ ਹੁਣੀ ਇੱਕ ਵੈਲੋਸਿਟੀ ਦਾ ਫਾਰਮੂਲਾ ਲਿਖਿਆ ਉਹਦੇ ਵਿੱਚੋਂ ਇੱਕ ਫਾਰਮੂਲਾ ਪੋਜੀਸ਼ਨ ਦਾ ਬਣਾਉਣ ਲੱਗਿਆ ਅੱਗੇ ਜਾ ਕੇ ਲੋੜ ਪਏਗੀ ਆਪਾਂ ਟੌਪਿਕ ਇਹ ਲਿਖਦੇ ਪਏ formula for uniform motion ਹੈਗੇ ਸਾਰੇ ਜਾਣੇ Yes, sir. Yes, Yes, sir. sir. Yes sir. we know that velocity ਦਾ formula ਸੀਗਾ change in position over time interval ਇਹਦੇ ਤੋਂ ਤੁਸੀਂ ਕਿਸੇ ਪਾਰਟੀਕਲ ਦੀ ਜੇ ਫਾਈਨਲ ਪੋਜੀਸ਼ਨ ਕੱਢਣੀ ਹੋਵੇ ठीक है फिगर वही है एक स्ट्रेट लाइन पे ऑब्जेक्ट आ t equal to 0 इथे ਅਸੀਂ ਇਹਨੇ a ਪੋਜੀਸ਼ਨ t equal to t1 ਤੇ b ਪੋਜੀਸ਼ਨ t equal to t2 ਸੈਕਿੰਡ ਤੇ ਆ ਇਥੇ ਤੱਕ ਦਾ ਪੋਜੀਸ਼ਨ x1 ਡਿਸਟੈਂਸ ਦਾ ਪਤਾ ਆ ਪੋਜੀਸ਼ਨ ਦੀ ਚੇਂਜ x2 ਆਈ ਯਾਨੀ ਆ ਮੇਰਾ ਫੰਕਸ਼ਨ ਜਿਹੜਾ ਵਾ ਇਹ ਚ ਮੇਰੀ ਪੋਜੀਸ਼ਨ ਦੀ ਚੇਂਜ x2 x1 ਆ ਤੇ ਆ ਜਿਹੜਾ ਮੇਰਾ ਟਾਈਮ ਇੰਟਰਵਲ ਆ ਇਹ t2 t1 ਤੇ ਇੱਥੇ ਮੇਰਾ ਆਬਜੈਕਟ ਦੇ ਟਰੈਵਲ ਕਰਨ ਦੀ ਸਪੀਡ ਜਾਂ ਵੈਲੋਸਿਟੀ ਜਿਹੜੀ ਅਸੀਂ v ਲੈ ਰਹੇ ਹਾਂ ਮੇਰਾ ਉਹ ਤੇ ਇਹਨਾਂ ਵੇਰੀਏਬਲ ਦੀ ਹੈਲਪ ਨਾਲ ਜੇ ਮੈਂ ਪਾਰਟੀਕਲ ਦੀ ਫਾਈਨਲ ਪੋਜੀਸ਼ਨ ਦੱਸਣੀ ਹੋਵੇ ਹਨਾ ਤੇ ਅਸੀਂ ਉਹਦਾ ਫਾਰਮੂਲਾ ਤੋਂ x2 ਦਾ ਕੱਢ ਰਹੇ ਹਾਂ here x2 x1 equal to v into t2 t1 which implies x2 equal to x1 plus b into t2 t1 ਹੈਗਾ ਕੁਝ ਨਹੀਂ ਸਿਰਫ ਮਾੜਾ ਸਮਝਣ ਵਾਲਾ ਵਾ ਉਹਨੇ ਇਹ ਦੱਸਿਆ ਕਿ ਜੇ ਕਿਸੇ ਮੂਵਮੈਂਟ ਤੇ ਤੁਹਾਨੂੰ ਇਹ ਪਤਾ ਹੋਵੇ ਤੁਹਾਡਾ ਆਬਜੈਕਟ 10 ਕਿਲੋਮੀਟਰ ਪਰ ਆਵਰ ਦੀ ਸਪੀਡ ਨਾਲ ਚੱਲਦਾ ਪਿਆ ਮੈਨੂੰ ਪੁੱਛਦਾ ਕਿ ਇੰਨੇ ਪੋਜੀਸ਼ਨ ਤੋਂ ਮੂਵ ਕਰਨਾ ਸ਼ੁਰੂ ਹੋਇਆ ਯਾਨੀ origin ਤੋਂ 5 ਮੀਟਰ ਉਹਦੀ ਪੋਜੀਸ਼ਨ ਆ ਦੱਸੋ ਜੀ ਇਸ ਵੇਲੇ ਉਹਦੀ ਫਾਈਨਲ ਪੋਜੀਸ਼ਨ ਕੀ ਹੋਏਗੀ ਤੇ ਜੇ ਮੈਂ ਆਬਜੈਕਟ ਦੀ ਫਾਈਨਲ ਪੋਜੀਸ਼ਨ ਕੈਲਕੂਲੇਟ ਕਰਨੀ ਆ ਮੈਨੂੰ ਉਹਦੀ ਇਨੀਸ਼ੀਅਲ ਪੋਜੀਸ਼ਨ ਪਤਾ ਹੋਵੇ ਕਿੰਨੀ ਸਪੀਡ ਨਾਲ ਮੂਵ ਕਰਦਾ ਪਿਆ ਤੇ ਕਿੰਨੇ ਟਾਈਮ ਇੰਟਰਵਲ ਲਈ ਮੂਵ ਕੀਤਾ ਜੇ ਇਹ ਤਿੰਨ ਵੇਰੀਏਬਲ ਪਤਾ ਤੁਸੀਂ ਆਬਜੈਕਟ ਦੀ ਫਾਈਨਲ ਪੋਜੀਸ਼ਨ ਡਿਫਾਈਨ ਕਰ ਸਕਦੇ ਆ ਕੀ ਇੰਨੀ ਗੱਲ ਕਲੀਅਰ ਆ Yes, sir. Yes, sir. ਚਲ ਹੁਣ ਪੁੱਤ ਅਗਲਾ ਜਿਹੜਾ ਇਹਦੇ ਨਾਲ ਇਹ ਬੱਚੇ ਸਿਰਫ ਦੋ ਲਾਈਨਾਂ ਦੇ ਛੋਟੇ ਛੋਟੇ ਟੌਪਿਕ ਆ ਬੇਟਾ ਨੈਕਸਟ ਹੈਗਾ ਤੁਹਾਡੇ ਕੋਲ ਗ੍ਰਾਫ ਆਣੇ ਆ ਪੋਜੀਸ਼ਨ ਟਾਈਮ ਗ੍ਰਾਫ ਤੇ ਵੈਲੋਸਿਟੀ ਟਾਈਮ ਗ੍ਰਾਫ ਦੋ ਤਰ੍ਹਾਂ ਦੇ ਗ੍ਰਾਫ ਹੋਣਗੇ ਉਹ ਜਿਹੜੇ ਪਹਿਲਾਂ ਆਪਣੇ ਕੋਲ ਦਿੱਤਾ ਜੇ ਪੋਜੀਸ਼ਨ ਟਾਈਮ ਗ੍ਰਾਫ ਪਲਾਟ ਕਰਾਂ ਜਿਹਨੂੰ ਅਸੀਂ ਕਹਿੰਦੇ ਨੇ xt ਗ੍ਰਾਫ ठीक है ये चले फर्स्ट ग्राफ देता स्टेशनरी ऑब्जेक्ट आ किनु कहांगे स्टेशनरी ऑब्जेक्ट की ਹੁੰਦਾ स्टेशनरी ऑब्जेक्ट ਫਿਰ ਜਿਹੜੀ Sir, rest ਰੈਸਟ ਤੇ ਹੁੰਦਾ ਜਿਹੜਾ ਆਬਜੈਕਟ ਆਪਾਂ ਇਦਾਂ ਕਹਿੰਦੇ ਨੇ whose position does not change with respect to time ਯਾਨੀ ਜੇ origin ਤੋਂ 10 ਮੀਟਰ ਦੂਰ ਕੋਈ ਚੀਜ਼ ਹੈਗੀ ਆ ਹਨਾ 1 ਸੈਕਿੰਡ ਬਾਅਦ 2 ਸੈਕਿੰਡ ਬਾਅਦ 20 ਸੈਕਿੰਡ ਬਾਅਦ ਉਹਦੀ ਪੋਜੀਸ਼ਨ 'ਚ ਕੋਈ ਚੇਂਜ ਨਹੀਂ ਆ ਰਹੀ ਤਾਂ ਅਸੀਂ ਕਹਿੰਦੇ ਜੋ ਸਟੇਸ਼ਨਰੀ ਆਬਜੈਕਟ
ਇਹਦਾ ਮਤਲਬ ਸਟੇਸ਼ਨਰੀ ਆਬਜੈਕਟ ਦਾ ਜੇ ਮੈਂ ਗ੍ਰਾਫ ਪਲਾਟ ਕਰਾਂ ਪੋਜੀਸ਼ਨ ਟਾਈਮ ਗ੍ਰਾਫ ਤੇ ਐਸ ਸੱਚ ਇਹਦਾ ਗ੍ਰਾਫ ਸਟ੍ਰੇਟ ਲਾਈਨ ਆ ਜਾਓ Yes, sir. ਠੀਕ ਹੈ ਤੇ ਇਹਦੀ ਪੋਜੀਸ਼ਨ origin ਤੋਂ 10 ਮੀਟਰ ਦੂਰ ਹੋ ਸਕਦੀ ਹੈ ਤੇ origin ਤੇ ਵੀ ਹੋ ਸਕਦੀ ਹੈ ਪਰ ਇਹਦਾ ਗ੍ਰਾਫ ਟਾਈਮ ਐਕਸਿਸ ਦੇ ਪੈਰਲਲ ਬਣ ਜਾਏਗਾ ਇਹਨਾਂ ਕਲੀਅਰ ਆ Yes, sir. ਇਹਦੇ ਕੋਰਸਪੋਂਡਿੰਗ ਜੇ ਆਪਾਂ ਇੱਧਰ ਗੱਲ ਕਰੀਏ ਆਪਾਂ velocity time graph plot ਕਰਨਾ और एक्चुअली फर्स्ट ग्राफ स्टेशनरी ऑब्जेक्ट वास्ते है ਹੁਣ स्टेशनरी ऑब्जेक्ट ਦੀ वेलोसिटी ਕਿੰਨੀ ਹੁੰਦੀ ਜੀ 0 0 ਇਹਦਾ ਮਤਲਬ ਜੇ ਟਾਈਮ ਵਰਸਸ वेलोसिटी ਦਾ ਗ੍ਰਾਫ ਹੋਏਗਾ ਤੇ ਕਿਆ ਆ ਗ੍ਰਾਫ ਸਹੀ ਹੈ ਜਿਹੜਾ ਮੈਂ ਬਣਾਇਆ ਇਹ ਗ੍ਰਾਫ ਸਹੀ ਆ ਕਿ ਨਹੀਂ सर ओरिजिन से नहीं आएगा ਬਿਲਕੁਲ ਇਹਦੇ ਅਕੋਰਡਿੰਗਲੀ ਮਤਲਬ ਇਹ ਹੋਇਆ ਕਿ ਪਾਰਟੀਕਲ ਦੀ ਫਾਈਨਾਈਟ ਵੈਲੋਸਿਟੀ ਹੈਗੀ ਆ ਚੇਂਜ ਨਹੀਂ ਹੋ ਰਹੀ ਜਦ ਕਿ ਆਪਣਾ ਗ੍ਰਾਫ ਦਾ ਸਟੇਸ਼ਨਰੀ ਆਬਜੈਕਟ ਹੀ ਆ ਤੇ ਸਟੇਸ਼ਨਰੀ ਆਬਜੈਕਟ ਦਾ ਮਤਲਬ ਉਹਦੀ ਵੈਲੋਸਿਟੀ ਆਣੀ ਨਹੀਂ ਇਹਦਾ ਮਤਲਬ ਇਹ ਹੋ ਗਿਆ ਕਿ ਜੇ ਵੈਲੋਸਿਟੀ ਟਾਈਮ ਗ੍ਰਾਫ ਹੋਏਗਾ ਤੇ ਆਹੀ origin ਤੇ ਲਾਈਨ ਜਿਹੜੀ ਟਾਈਮ ਵਾਲੀ ਆ ਇਹਨੂੰ ਸਿਰਫ ਡਾਰਕ ਕਰ ਦਾਂਗੇ ਤੇ ਆ ਡਾਰਕ ਕਰਨ ਦਾ ਮਤਲਬ ਆ ਕਿ ਵੀ ਐਸਾ ਚ ਟਾਈਮ ਚੇਂਜ ਹੋ ਰਿਹਾ ਬਟ देयर इज नो ਚੇਂਜ ਇਨ ਵੈਲੋਸਿਟੀ ਜ਼ੀਰੋ ਹੀ ਰਹੇਗੀ ਗੱਲ ਸਮਝ ਆਈ यस Sir. यस Yes, sir. ग्राफ प्लॉट करा यूनिफॉर्म मोशन की होती बच्चे सर इक्वल डिस्टेंस ट्रैवल्ड इन इक्वल अमाउंट ऑफ टाइम मतलब पार्टिकल रेस्ट पे होगा कि उसकी पोजीशन से चेंज आएगी सर चेंज आएगा पोजीशन में ਅਸੀਂ ਕਹਿੰਦੇ if position of object will be changed and equal change in equal interval of time है ना ਤੇ graph always to be a straight line ਫਿਰ ਮੇਰਾ graph straight line ਹੋਏਗਾ inclined to time axis ਆ ਜਾਓ ਠੀਕ ਹੈ ਇਹ ਲੇਕਿਨ ਇਸ graph ਦੇ ਬੇਸ ਦੇ ਉੱਤੇ ਜੇ uniform motion ਚ ਕਹੀਏ this what about speed of the body सर स्लोप मैं नहीं पूछा मैं ये पूछ रहा कि जेकर मेरे को सच पोजीशन टाइम ग्राफ का प्लॉट कर लिया ਹੁਣ ਜੇ ਮੈਂ ਇਹ ਪੁੱਛਾਂ ਕਿ ਵੀ ਵੈਲੋਸਿਟੀ ਟਾਈਮ ਗ੍ਰਾਫ ਬਣਾਉਣਾ ਯੂਨੀਫਾਰਮ ਮੋਸ਼ਨ ਤੇ ਬਾਡੀ ਦੀ ਵੈਲੋਸਿਟੀ ਕੀ ਹੁੰਦੀ ਹੈ ਯੂਨੀਫਾਰਮ ਮੋਸ਼ਨ ਦੇ ਅੰਦਰ सेम ਸਰ ਯੂਨੀਫਾਰਮ सर सेम ਇਹਦਾ ਮਤਲਬ ਜੇ ਇੱਥੇ ਗ੍ਰਾਫ ਪਲਾਟ ਕਰੀਏ ਆਪਾਂ ਇੱਥੇ ਗ੍ਰਾਫ ਪਲਾਟ ਕਰੀਏ ਯੂਨੀਫਾਰਮ ਮੋਸ਼ਨ ਵਾਸਤੇ ਤੇ ਪੁੱਤਰ ਇੱਥੇ ਜਿਹੜਾ ਗ੍ਰਾਫ ਪਲਾਟ ਹੋਏਗਾ ਵੈਲੋਸਿਟੀ ਵਰਸਸ ਟਾਈਮ ਦਾ ਇਹਦੇ ਅਕੋਰਡਿੰਗਲੀ ਗ੍ਰਾਫ ਮੇਰਾ ਆ ਸਟ੍ਰੇਟ ਲਾਈਨ ਆ ਜੂ यस सर ਇਹਦੇ ਵਿੱਚ ਮੇਰੇ ਕੋਲ ਗ੍ਰਾਫ ਸਟ੍ਰੇਟ ਲਾਈਨ ਹੈ ਨਾ ਹੁਣ ਆਹ ਡਿਫਰੈਂਸ ਤੁਹਾਡੇ ਦਿਮਾਗ 'ਚ ਰਹਿਣਾ ਚਾਹੀਦਾ ਕਿ ਵੀ ਇੱਥੇ ਵੈਲੋਸਿਟੀ ਟਾਈਮ ਗ੍ਰਾਫ ਟਾਈਮ ਐਕਸਿਸ ਦੇ ਪੈਰਲਲ ਆ ਹਨਾ ਪਰ ਉਸਕੋ ਕੁਝ ਡਿਸਟੈਂਸ ਤੇ ਹੈ ਤੇ ਆ ਵੀ ਉਦਾਂ ਦਾ ਹੀ ਗ੍ਰਾਫ ਆ ਪਰ ਇੱਕ ਫਰਕ ਹੈ ਇਹ ਸਟੇਸ਼ਨਰੀ ਆਬਜੈਕਟ ਆ ਕਿਉਂਕਿ ਇਹ ਪੋਜੀਸ਼ਨ ਵਰਸਸ ਟਾਈਮ ਦਾ ਗ੍ਰਾਫ ਆ ਇਹ ਮੋਸ਼ਨ ਦੇ ਵਿੱਚ ਆਬਜੈਕਟ ਆ ਬਟ ਉਹਦੀ ਵੈਲੋਸਿਟੀ ਨਹੀਂ ਚੇਂਜ ਹੋਣੀ ਕੀ ਆ ਗੱਲ ਕਲੀਅਰ ਹੈ ਦੋਨਾਂ ਗ੍ਰਾਫ 'ਚ Yes, sir. Yes, sir. ਚਲ ਹੁਣ ਅਗਲਾ ਵਰਡ ਲੈ ਰਹੇ ਹਾਂ ਕਿਸੇ ਗ੍ਰਾਫ ਤੋਂ ਅਸੀਂ ਕੈਲਕੂਲੇਟ ਕੀ ਕਰ ਸਕਦੇ ਹਾਂ ਕਹਿੰਦਾ ਵੀ ਕਿਸੇ ਗ੍ਰਾਫ ਦੇ ਅਸੀਂ ਦੋ ਵੇਰੀਏਬਲ ਮੇਨ ਕੱਢੀ ਦੇ ਜਾਂ ਉਹਦੀ ਸਲੋਪ ਜਾਂ ਉਹਦਾ ਏਰੀਆ ਸਲੋਪ ਹਮੇਸ਼ਾ ਗ੍ਰਾਫ ਦੇ ਕਹਿੰਦਾ ਜੀ ਐਸ ਚ tan ਥੀਟਾ ਨਾਲ ਨਿਕਲਦੀ ਹੈ ਜਿਹੜਾ ਵੀ ਤੁਹਾਡੇ ਕੋਲ ਗ੍ਰਾਫ ਗਿਵਨ ਹੋਏਗਾ ਉਸ ਗ੍ਰਾਫ ਤੇ ਅਸੀਂ ਕੋਈ ਵੀ ਦੋ ਪੁਆਇੰਟ ਮਾਰਕ ਕਰਕੇ ਇਸ ਗ੍ਰਾਫ ਤੇ ਕੋਈ ਦੋ ਪੁਆਇੰਟ ਮਾਰਕ ਕਰਕੇ ਇਹ ਤੋਂ ਦੋ ਪਰਪੈਂਡੀਕੂਲਰ ਡਰਾ ਕਰ ਦਾਂਗੇ x ਐਕਸਿਸ ਤੇ ਤੇ ਦੋ ਪਰਪੈਂਡੀਕੂਲਰ ਡਰਾ ਕਰ ਦਾਂਗੇ y ਐਕਸਿਸ ਦੇ ਉੱਤੇ ਇਹਦੇ ਕੋਰਸਪੋਂਡਿੰਗ ਇੱਥੇ ਟਾਈਮ t1 ਆ ਗਿਆ ਇੱਥੇ ਟਾਈਮ ਮੇਰੇ ਕੋਲ ਜਿਹੜਾ ਉਹ t2 ਆ ਜਾਏਗਾ ਠੀਕ ਹੈ ਇਹਦੇ ਕੋਰਸਪੋਂਡਿੰਗ ਮੇਰੀ ਪੋਜੀਸ਼ਨ x1 ਆ ਜਾਏਗੀ और ਇਹਦੇ ਕੋਰਸਪੋਂਡਿੰਗ ਮੇਰੀ ਪੋਜੀਸ਼ਨ x2 ਆ ਜਾਏਗੀ ਕਿ ਇਹ ਲੀਗਲ ਸਮਝ ਲੱਗੀ Yes, sir. ਠੀਕ ਹੈ ਜੀ ਤੇ ਜੇ ਮੈਂ ਇਸ ਗ੍ਰਾਫ ਦੇ ਇੱਥੇ ਐਸ ਸੱਚ ਆ ਇੱਕ ਪਰਪੈਂਡੀਕੂਲਰ ਡਰਾ ਕਰਦਾ ਤੇ ਜਿਹੜੀ ਰਾਈਟ ਐਂਗਲ ਟ੍ਰਾਇੰਗਲ ਬਣ ਗਈ ਮੇਰੀ ACB ਇਹਦੇ ਵਿੱਚ tan ਥੀਟਾ ਜਿਹੜਾ ਹੋਏਗਾ ਇਹ ਮੇਰੇ ਗ੍ਰਾਫ ਦੀ ਸਲੋਪ ਕੈਲਕੂਲੇਟ ਕਰੇਗਾ ਕੀ ਇਹਨੀ ਗੱਲ ਸਮਝ ਲੱਗੀ Yes, sir. यस सर ਸਲੋਪ ਆ ਗਈ ਆਪਣੇ ਕੋਲ BC ਓਵਰ AC ਹੁਣ BC ਵਾਲੀ ਲਾਈਨ B ਦੇ ਕੋਰਸਪੋਂਡਿੰਗ ਪੋਜੀਸ਼ਨ x2 ਆ C ਦੇ ਕੋਰਸਪੋਂਡਿੰਗ ਪੋਜੀਸ਼ਨ x1 ਆ
ਇਹਦਾ ਮਤਲਬ ਮੇਰੀ ਚੇਂਜ ਇਨ ਪੋਜੀਸ਼ਨ x2 x1 ਬਣੀ। ਹਾਂਜੀ ਸਰ। Yes, sir. ਯਾਨੀ ਇੱਥੇ ਚਲੀਏ ਤੇ ਚੇਂਜ ਇਨ ਪੋਜੀਸ਼ਨ x2 x1 ਟਾਈਮ ਦੇ ਅਕੋਰਡਿੰਗਲੀ ਆ ਗਈ t2 t1 ਤੇ ਪੁੱਤ ਚੇਂਜ ਇਨ ਪੋਜੀਸ਼ਨ ਨੂੰ ਅਸੀਂ ਡਿਸਟੈਂਸ ਕਹਿੰਦੇ ਹਨਾ ਤੇ ਆ ਟਾਈਮ ਇੰਟਰਵਲ ਇਹਦਾ ਮਤਲਬ ਆਪਾਂ ਉੱਪਰ ਜੇ ਡਿਫਾਈਨ ਕਰੀਏ ਇੱਥੇ ਅਸੀਂ ਡਿਫਾਈਨ ਕੀਤਾ ਹੋਇਆ x2 x1 ਓਵਰ t2 t1 ਇਹਨੂੰ ਅਸੀਂ ਸਪੀਡ ਜਾਂ ਵੈਲੋਸਿਟੀ ਡਿਫਾਈਨ ਕਰਦੇ ਹਾਂ। Yes, sir. Yes, sir. x2 x1 over t2 t1 equal to v therefore ਜਿਹੜਾ ਤੁਸੀਂ ਗ੍ਰਾਫ ਪਲਾਟ ਕੀਤਾ ਪੋਜੀਸ਼ਨ ਟਾਈਮ ਗ੍ਰਾਫ ਆ therefore ਇਹਦੀ ਸਲੋਪ ਜਿਹੜੀ ਹੋਏਗੀ ਇਹਦੀ ਸਲੋਪ ਮੈਨੂੰ ਸਪੀਡ ਜਾਂ ਵੈਲੋਸਿਟੀ ਨੂੰ ਡਿਫਾਈਨ ਕਰੇਗੀ। ਕਲੀਅਰ ਹੈ ਨੀ ਗੱਲ? ਯੈਸ ਸਰ। Yes, sir. Yes, sir. ਹੁਣ ਇੱਧਰ ਆ ਜਾਓ ਜੇ ਮੈਂ ਇਸ ਗ੍ਰਾਫ ਨੂੰ ਕਹਾਂ ਵੈਲੋਸਿਟੀ ਵਰਸਸ ਟਾਈਮ ਦਾ ਗ੍ਰਾਫ ਆ ਉਹ ਕਹਿੰਦਾ ਵੀ ਇਸ ਤੋਂ ਕੀ ਕਰ ਸਕਦੇ ਤੇ ਜੇ ਮੇਰੇ ਕੋਲ ਐਸ ਸੱਚ ਗ੍ਰਾਫ ਟਾਈਮ ਐਕਸਿਸ ਦੇ ਕੋਈ ਪੈਰਲਲ ਆਂਦਾ ਹੋਵੇ ਤੇ ਇਹਦਾ ਟਾਈਮ ਐਕਸਿਸ ਨਾਲ ਐਂਗਲ ਕੀ ਹੋਊਗਾ? 90 degree. 90 ਡਿਗਰੀ। ਧਿਆਨ ਨਾਲ ਸੁਣੋ ਮੈਂ ਕੀ ਬੋਲਿਆ। ਜੇ ਗ੍ਰਾਫ ਮੈਂ ਆ ਲਵਾਂ ਆ ਟਾਈਮ ਐਕਸਿਸ ਆ ਤੇ ਗ੍ਰਾਫ ਮੇਰਾ ਆ ਲਾਈਨ ਆ ਫਿਰ ਤੇ ਆ y ਵਾਲੀ ਲਾਈਨ ਇਹਨਾਂ x ਐਕਸਿਸ ਨਾਲ 90 ਤੇ ਆ। ਮੈਂ ਇਹ ਕਿਹਾ ਵਾ ਕਿ ਜੇਕਰ ਮੇਰੇ ਕੋਲ ਜਿਹੜਾ ਗ੍ਰਾਫ ਪਲਾਟ ਕਰ ਰਿਹਾ ਉਹ ਟਾਈਮ ਐਕਸਿਸ ਦੇ ਪੈਰਲਲ ਹੋਵੇ। ਜੇ ਗ੍ਰਾਫ ਟਾਈਮ ਐਕਸਿਸ ਦੇ ਸਿਰਫ 1 ਮਿੰਟ ਲਾਣਾ ਆਪਾਂ ਬਸ ਬੇਟਾ ਖਤਮ ਕਰਨ ਲੱਗੇ। ਜੇ ਗ੍ਰਾਫ ਟਾਈਮ ਐਕਸਿਸ ਦੇ ਪੈਰਲਲ ਹੋਵੇ ਤੇ ਫਿਰ ਇਹਦੀ ਸਲੋਪ ਇਸ ਵੇਲੇ 0 ਹੋਏਗੀ ਬੇਟਾ Yes, sir. Yes, sir. ਹਨਾ। ਇਹਦੀ ਪੁੱਤ ਜੇ ਸਲੋਪ ਇਸ ਵੇਲੇ 0 ਆ ਇਹਦਾ ਮਤਲਬ ਇਹਦੀ ਸਲੋਪ 0 ਆ ਤੇ ਇਹਦਾ ਮਤਲਬ ਇਹਦੀ ਸਲੋਪ ਤੋਂ ਤਾਂ ਕੋਈ ਵੇਰੀਏਬਲ ਨਹੀਂ ਮਿਲ ਰਿਹਾ ਪਰ ਇਸ ਗ੍ਰਾਫ ਦਾ ਅਸੀਂ ਏਰੀਆ ਕੈਲਕੂਲੇਟ ਕਰ ਸਕਦੇ ਤੇ ਜੇ ਮੈਂ ਇਸ ਗ੍ਰਾਫ ਦਾ ਏਰੀਆ ਕੈਲਕੂਲੇਟ ਕਰ ਲਵਾਂ ਕੋਈ ਦੋ ਟਾਈਮ ਦੇ ਇੰਟਰਵਲ ਲੈ ਕੇ t1 t2 ਟਾਈਮ ਲੈ ਲਓ ਠੀਕ ਹੈ ਜੀ ਆ ਮੇਰੀ ਵੈਲੋਸਿਟੀ ਨੂੰ ਅਸੀਂ v ਕਹਿ ਦਿੰਦੇ ਤੇ ਆ ਜਿਹੜਾ ਗ੍ਰਾਫ ਆ ਜਾਏਗਾ abcd ਤੇ ਜੇ ਮੈਂ ਇਸ ਗ੍ਰਾਫ ਦਾ ਏਰੀਆ ਕੱਢਾਂ we know that area of the graph ਆ ਜਾਏਗਾ length into breadth ਤੇ therefore area ਮੇਰੇ ਕੋਲ ਜਿਹੜਾ ਹੋਏਗਾ AD ਮੇਰੀ velocity ਆ ਤੇ BC ਮੇਰਾ ਟਾਈਮ ਇੰਟਰਵਲ ਆ। ਇਹਦਾ ਮਤਲਬ v t2 t1 ਤੇ ਜੇ ਆਪਾਂ ਇਸ ਥਾਂ ਤੋਂ ਗੱਲ ਚੁੱਕੀਏ v t2 t1 ਇਹ ਚੇਂਜ ਇਨ ਪੋਜੀਸ਼ਨ ਦੱਸਦਾ। Yes, sir. 1 ਮਿੰਟ ਚ ਖਤਮ ਕਰ ਦਾਂਗੇ ਬਸ ਸਮਝ ਲਓ ਇਸ ਗੱਲ ਨੂੰ but v t2 t1 equal to x2 x1 but x2 x1 ਅਸੀਂ ਕਿਹਾ ਸੀ ਸਾਡਾ ਡਿਸਟੈਂਸ ਆ। ਇਹਦਾ ਮਤਲਬ ਇਹ ਹੋ ਗਿਆ ਕਿ ਜੇਕਰ ਤੁਹਾਡੇ ਕੋਲ ਗ੍ਰਾਫ ਦਾ ਏਰੀਆ ਵਾ ਜੇ ਵੈਲੋਸਿਟੀ ਵਰਸਸ ਟਾਈਮ ਗ੍ਰਾਫ ਹੋਏਗਾ ਤੇ ਜਿਹੜਾ ਇਹਦਾ ਏਰੀਆ ਹੋਏਗਾ ਇਹ ਤੋਂ ਡਿਸਟੈਂਸ ਕੈਲਕੂਲੇਟ ਹੋ ਜੂ। Yes. Yes, sir. So last word area of a VT graph equal to distance cannot travel by the body. ਇਹ ਮਤਲਬ velocity time graph ਹੋਵੇ ਤੇ ਉਹਦਾ ਏਰੀਆ ਕੈਲਕੂਲੇਟ ਕਰੀਏ ਤਾਂ ਉਹ ਤੋਂ ਮੈਨੂੰ ਡਿਸਟੈਂਸ ਦੀ ਇਨਫੋਰਮੇਸ਼ਨ ਮਿਲਦੀ ਤੇ ਜੇ ਮੇਰੇ ਕੋਲ ਪੋਜੀਸ਼ਨ ਟਾਈਮ ਗ੍ਰਾਫ ਹੋਵੇ ਉਹਦੀ ਸਲੋਪ ਕੱਢਾਂ ਤੇ ਉਹ ਤੋਂ ਮੇਰੀ velocity ਨਿਕਲਦੀ। ਕੀ ਇਹਨਾਂ ਕਲੀਅਰ ਆ? Yes, sir. Yes, sir. Anji, sir. Yes, sir.